ਮੇਰੇ ਕੋਲ ਜਿਹੜਾ ਯੂਨੀਕ ਕਨਸੈਪਟ ਹੈਗਾ ਪੂਰੇ ਏਸ਼ੀਆ ਦੇ ਵਿੱਚ, ਮੇਰੇ ਕੋਲ ਆਲ ਓਵਰ ਵਰਲਡ ਮੇਰੇ ਕੋਲ ਪੇਸ਼ੈਂਟਸ ਦੀ ਫੋਟੋ ਆ ਜਾਂਦੀ ਹੈ, ਮੈਡੀਕਲ ਰਿਕਾਰਡਸ ਆ ਜਾਂਦੇ ਆ। ਅਸੀਂ ਘਰ ਬੈਠੇ ਹੀ ਉਹਨਾਂ ਨੂੰ, ਜਿਹਨੂੰ ਰੈਡੈਂਥੀਸੀਆ ਕਹਿੰਦੇ ਆ, ਰੇਡੀਓਨਿਕਸ ਕਹਿੰਦੇ ਆ, ਜਾਂ ਕਾਸਮੀਰੇਜ਼ ਕਹਿੰਦੇ ਆ, ਜਾਂ ਡਿਸਟੈਂਸ ਹੀਲਿੰਗ ਕਹਿੰਦੇ ਆ, ਅਸੀਂ ਉਸ ਪੇਸ਼ੈਂਟ ਨੂੰ ਹੀਲਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਈਵਨ ਕਰੋਨਾ ਦੇ ਟਾਈਮ 'ਚ ਤਾਂ ਪੋਪੂਲਰ ਹੋ ਗਿਆ ਸੀ, ਕਿਉਂਕਿ ਜਿਹੜੇ ਡਾਕਟਰਸ ਹਸਪੀਟਲ ਗਏ ਸੀ, ਸਾਡੀ ਟੀਮ ਦੇ ਬੰਦੇ ਸੀਗੇ, ਉਹਨੂੰ ਜਦੋਂ ਜਾ ਗਏ ਸੀ ਹਸਪੀਟਲ, ਸਾਨੂੰ ਉਹਨਾਂ ਨੇ ਇਨਫੋਰਮ ਕਰਤਾ ਕਿ ਅਸੀਂ ਮਰ ਕੇ ਹੀ ਬਾਹਰ ਨਿਕਲਾਂਗੇ, ਹੁਣ ਅਸੀਂ ਜ਼ਿੰਦੇ ਨਹੀਂ ਨਿਕਲਾਂਗੇ, ਤੁਸੀਂ ਸਾਰੀਆਂ ਫੈਮਲੀਜ਼ ਨੂੰ ਬਚਾਓ। ਸਾਡੇ ਕੋਲ ਟੈਕਨੋਲੋਜੀ ਸੀਗੀ, ਅਸੀਂ ਘੱਟੋ ਘੱਟ ਲੱਖ ਤੋਂ ਉੱਤੇ ਬੰਦਾ ਬਚਾਇਆ ਹੈਗਾ। ਜਿਹੜਾ ਇਹ ਕਨਸੈਪਟ ਹੈ ਬਹੁਤ ਫਾਸਟ ਫੈਲ ਰਿਹਾ। ਹੋਰੇ ਬਾਹਰ ਦੇ ਕੰਟਰੀ ਦੇ ਵਿੱਚ ਵੀ, ਜਰਮਨ ਦੇ ਵਿੱਚ ਵੀ ਉਹ ਰੇਡੀਓਨਿਕ ਸਾਇੰਸ ਯੂਜ਼ ਕਰਦੇ ਆ। ਉਹਨਾਂ ਕੋਲ ਇੰਸਟਰੂਮੈਂਟ ਦੂਸਰੇ ਹੈਗੇ, ਬੇਸਿਕਲੀ ਵਾਈਬਰੋ ਮਸ਼ੀਨਾਂ ਲੱਗੀਆਂ ਹੋਈਆਂ, ਉਹਦੇ ਵਿੱਚ ਜੈਮਸ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਪਾਰਟੀਕੂਲਰ ਬੰਦੇ ਦੀ ਫ੍ਰੀਕੁਐਂਸੀ ਨੋਟ ਕੀਤੀ ਜਾਂਦੀ ਹੈਗੀ ਹੈ, ਕਿਸ ਚੀਜ਼ ਦੀ ਡਿਮਾਂਡ ਹੈ, ਕਿਹੜੀ ਕਾਸਮੀਰੇਜ਼ ਦੀ ਡਿਮਾਂਡ ਹੈਗੀ ਹੈ, ਉਹਨੂੰ ਕੀ ਪ੍ਰੋਬਲਮ ਹੈ। ਅਸੀਂ ਪੇਸ਼ੈਂਟ ਨੂੰ ਡਾਈਟ ਦੱਸ ਦਿੰਦੇ ਹਾਂ, ਪ੍ਰੋਟੋਕਾਲ ਬਣਾ ਦਿੰਦੇ ਹਾਂ, ਪਲੱਸ ਸਿਸਟਮ ਸ਼ੁਰੂ ਕਰ ਦਿੰਦੇ ਹਾਂ। ਅਸੀਂ ਇੱਥੋਂ ਬੈਠੇ ਕੈਨੇਡਾ ਦਾ ਲੀਵਰ ਕੈਂਸਰ ਪੇਸ਼ੈਂਟ ਠੀਕ ਕੀਤਾ ਹੈਗਾ। ਸਰ, ਜਿਵੇਂ ਤੁਸੀਂ ਦੱਸ ਰਹੇ ਹੋ, ਜਿਹੜੀ ਤੁਹਾਡੇ ਕੋਲੇ ਫੋਟੋ ਆਉਂਦੀ ਹੈ ਉਹਦੇ ਤੋਂ ਔਰਾ ਜੱਜ ਹੋ ਜਾਂਦਾ ਕਿਸੇ ਦਾ? ਐਵਰੀਥਿੰਗ। ਤੁਹਾਡਾ ਇੱਕ ਬਾਲ ਹੈ, ਉਹ ਵੀ ਦੱਸ ਦੇਗਾ ਤੁਹਾਡੇ ਬਾਰੇ ਸਾਰਾ ਕੁਝ। ਜਿਸ ਨੂੰ ਤੁਸੀਂ ਡੀਐਨਏ ਕਰਦੇ ਹੋ, ਹਾਂਜੀ, ਸੇਮ ਥਿੰਗ ਇਜ਼ देयर। ਇਟ ਇਜ਼ ਅ ਵੈਦਿਕ ਫਿਲਾਸਫੀ। ਇੱਕ ਸੰਤ ਹੈ, ਬੰਦਾ ਹੈ, ਤੁਸੀਂ ਉਹ, ਮੈਂ ਹਾਂ, ਸਾਡੇ ਉਹਰੇ ਭੱਜਦੇ ਦੇ ਹੈ ਕਿ ਅਸੀਂ ਸਹੀ ਹਾਂ, ਅਗਰ ਖੜੇ ਆ ਤਾਂ ਗਲਤ ਆ। ਬ੍ਰੈਸਟ ਕੈਂਸਰ ਦੀ ਪੇਨ ਅਸੀਂ 2 ਦਿਨ 'ਚ ਠੀਕ ਕਰ ਦਿੰਦੇ ਹਾਂ। ਅੱਜ ਸਾਡੇ ਨਾਲ ਇੱਕ ਇਦਾਂ ਦੇ ਸ਼ਖਸ ਮੌਜੂਦ ਨੇ ਜਿਹੜੇ ਕਿ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਬੈਠਿਆਂ ਹੀ ਕੋਈ ਤੁਹਾਡੀ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਉਹਦੀ ਹੀਲਿੰਗ ਦੇ ਸਕਦੇ ਨੇ। ਜੀ ਹਾਂ, ਤੁਹਾਨੂੰ ਕਿਸੇ ਵੀ ਵੱਡੇ ਸਾਰੇ ਹਸਪੀਟਲ ਦੇ ਵਿੱਚ 5 ਸਟਾਰ ਰੂਮ ਦੇ ਵਿੱਚ ਜਾ ਕੇ ਤੁਹਾਨੂੰ ਲੈਣ ਦੀ ਲੋੜ ਨਹੀਂ ਹੈਗੀ। ਕੀ ਇਹਨਾਂ ਦਾ ਯੂਨੀਕ ਇੱਕ ਡਿਫਰੈਂਟ ਜਿਹੜਾ ਕਨਸੈਪਟ ਹੈ ਉਹ ਗੱਲਬਾਤ ਕਰਦੇ ਇਹਨਾਂ ਤੋਂ ਹੀ ਸਮਝਦੇ ਹਾਂ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ ਵਿਜੇ। ਸਰ, ਕੀ ਨਾਮ ਹੈ? ਮੈਂ ਡਾਕਟਰ KS ਨਾਗਰਾ, ਕਿਰਨ ਸਿੰਘ ਨਾਗਰਾ। ਮੇਰੇ ਕੋਲ ਜਿਹੜਾ ਯੂਨੀਕ ਕਨਸੈਪਟ ਹੈਗਾ ਪੂਰੇ ਏਸ਼ੀਆ ਦੇ ਵਿੱਚ, ਮੇਰੇ ਕੋਲ ਆਲ ਓਵਰ ਵਰਲਡ ਮੇਰੇ ਕੋਲ ਪੇਸ਼ੈਂਟਸ ਦੀ ਫੋਟੋ ਆ ਜਾਂਦੀ ਹੈ, ਮੈਡੀਕਲ ਰਿਕਾਰਡਸ ਆ ਜਾਂਦੇ ਆ। ਅਸੀਂ ਘਰ ਬੈਠੇ ਹੀ ਉਹਨਾਂ ਨੂੰ, ਜਿਹਨੂੰ ਰੈਡੈਂਥੀਸੀਆ ਕਹਿੰਦੇ ਆ, ਰੇਡੀਓਨਿਕਸ ਕਹਿੰਦੇ ਆ, ਜਾਂ ਕਾਸਮੀਰੇਜ਼ ਕਹਿੰਦੇ ਆ, ਜਾਂ ਡਿਸਟੈਂਸ ਹੀਲਿੰਗ ਕਹਿੰਦੇ ਆ, ਅਸੀਂ ਉਸ ਪੇਸ਼ੈਂਟ ਨੂੰ ਹੀਲਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਮਤਲਬ ਇਹ ਜਿਹੇ ਕਈ ਐਗਜ਼ਾਮਪਲ ਹੈਗੇ, ਟੈਸਟੀਮੋਨੀਅਲਸ ਹੈਗੇ, ਵੀਡੀਓਜ਼ ਹੈਗੀਆਂ। ਈਵਨ ਕਰੋਨਾ ਦੇ ਟਾਈਮ 'ਚ ਤਾਂ ਪੋਪੂਲਰ ਹੋ ਗਿਆ ਸੀ, ਕਿਉਂਕਿ ਜਿਹੜੇ ਡਾਕਟਰਸ ਹਸਪੀਟਲ ਗਏ ਸੀ, ਸਾਡੀ ਟੀਮ ਦੇ ਬੰਦੇ ਸੀਗੇ, ਉਹਨੂੰ ਜਦੋਂ ਜਾ ਗਏ ਸੀ ਹਸਪੀਟਲ, ਸਾਨੂੰ ਉਹਨਾਂ ਨੇ ਇਨਫੋਰਮ ਕਰਤਾ ਕਿ ਅਸੀਂ ਮਰ ਕੇ ਹੀ ਬਾਹਰ ਨਿਕਲਾਂਗੇ, ਹੁਣ ਅਸੀਂ ਜ਼ਿੰਦੇ ਨਹੀਂ ਨਿਕਲਾਂਗੇ, ਤੁਸੀਂ ਸਾਰੀਆਂ ਫੈਮਲੀਜ਼ ਨੂੰ ਬਚਾਓ। ਸਾਡੇ ਕੋਲ ਟੈਕਨੋਲੋਜੀ ਸੀਗੀ, ਅਸੀਂ ਘੱਟੋ ਘੱਟ ਲੱਖ ਤੋਂ ਉੱਤੇ ਬੰਦਾ ਬਚਾਇਆ ਹੈਗਾ। ਸਿਰਫ ਖਾਣ ਪੀਣ ਦਾ ਸਿਸਟਮ ਚੇਂਜ ਕੀਤਾ, ਪ੍ਰੋਪਰ ਉਹਨਾਂ ਨੂੰ ਡਾਈਟ ਦੱਸੀ ਹੈ, ਪਲੱਸ ਕਾਸਮੀਰੇਜ਼ ਥੈਰੇਪੀ ਦੁਆਰਾ ਉਹਨਾਂ ਨੂੰ ਟ੍ਰੀਟਮੈਂਟ ਕੀਤਾ। ਇਸ ਤਰ੍ਹਾਂ ਕਈ ਲੱਖ ਬੰਦੇ ਬਚਾਏ ਹੈਗੇ। ਹੁਣ ਕੀ ਹੋ ਰਿਹਾ, ਜਿਹੜੇ ਡਾਕਟਰਸ ਵੀ ਹੈਗੇ ਨਾ, ਜਿਹੜੇ ਹਾਰਟ ਪੇਸ਼ੈਂਟ ਡਾਕਟਰਸ ਵੀ ਹੈਗੇ ਆ, ਉਹ ਹਸਪੀਟਲ 'ਚ ਨਹੀਂ ਜਾਂਦੇ, ਸਾਨੂੰ ਕੰਟੈਕਟ ਕਰਦੇ ਆ, ਆਪਣਾ ਮੈਡੀਕਲ ਰਿਕਾਰਡ ਭੇਜ ਦਿੰਦੇ ਆ, ਅਸੀਂ ਫੋਟੋ ਸਟੱਡੀ ਕਰੀਦੀ ਹੈ, ਅਸੀਂ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਹਾਂ। ਜਿਹੜਾ ਇਹ ਕਨਸੈਪਟ ਹੈ ਬਹੁਤ ਫਾਸਟ ਫੈਲ ਰਿਹਾ। ਹੋਰੇ ਬਾਹਰ ਦੇ ਕੰਟਰੀ ਦੇ ਵਿੱਚ ਵੀ, ਜਰਮਨ ਦੇ ਵਿੱਚ ਵੀ ਉਹ ਰੇਡੀਓਨਿਕ ਸਾਇੰਸ ਯੂਜ਼ ਕਰਦੇ ਆ। ਉਹਨਾਂ ਕੋਲ ਇੰਸਟਰੂਮੈਂਟ ਦੂਸਰੇ ਹੈਗੇ ਆ। ਜਿਹੜਾ ਸਾਡੇ ਕੋਲ ਜਿਹੜੇ ਇੰਸਟਰੂਮੈਂਟਸ ਹੈਗੇ ਆ, ਇਹ ਡਿਫਰੈਂਟ ਤਰ੍ਹਾਂ ਦੇ ਆ। ਬੇਸਿਕਲੀ ਵਾਈਬਰੋ ਮਸ਼ੀਨਾਂ ਲੱਗੀਆਂ ਹੋਈਆਂ, ਉਹਦੇ ਵਿੱਚ ਜੈਮਸ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਪਾਰਟੀਕੂਲਰ ਬੰਦੇ ਦੀ ਫ੍ਰੀਕੁਐਂਸੀ ਨੋਟ ਕੀਤੀ ਜਾਂਦੀ ਹੈਗੀ ਹੈ, ਕਿਸ ਚੀਜ਼ ਦੀ ਡਿਮਾਂਡ ਹੈ, ਕਿਹੜੀ ਕਾਸਮੀਰੇਜ਼ ਦੀ ਡਿਮਾਂਡ ਹੈਗੀ ਹੈ, ਉਹਨੂੰ ਕੀ ਪ੍ਰੋਬਲਮ ਹੈ। ਅਸੀਂ ਪੇਸ਼ੈਂਟ ਨੂੰ ਡਾਈਟ ਦੱਸ ਦਿੰਦੇ ਹਾਂ, ਪ੍ਰੋਟੋਕਾਲ ਬਣਾ ਦਿੰਦੇ ਹਾਂ, ਪਲੱਸ ਸਿਸਟਮ ਸ਼ੁਰੂ ਕਰ ਦਿੰਦੇ ਹਾਂ। ਅਸੀਂ ਇੱਥੋਂ ਬੈਠੇ ਕੈਨੇਡਾ ਦਾ ਲੀਵਰ ਕੈਂਸਰ ਪੇਸ਼ੈਂਟ ਠੀਕ ਕੀਤਾ ਹੈਗਾ, ਠੀਕ ਹੈ ਜੀ। ਇਸ ਮਲੇਸ਼ੀਆ ਦੇ ਪੇਸ਼ੈਂਟ ਠੀਕ ਕੀਤੇ ਆ, ਇੱਕ ਡਾਕਟਰ ਠੀਕ ਕੀਤਾ ਹੋਣੀ, ਡਾਕਟਰ ਮਲੇਸ਼ੀਆ ਦਾ ਡਾਕਟਰ ਹੈ, ਡਾਕਟਰ ਗੁਰਦਿਆਲ ਸਿੰਘ, ਉਹਦੀ ਆਡੀਓ ਵੀ ਮੇਰੇ ਕੋਲ ਆਈ ਹੋਈ ਹੈ ਕਿ ਮੈਂ 90% ਠੀਕ ਹਾਂ। ਤੇ ਸਰ, ਜਿਵੇਂ ਤੁਸੀਂ ਦੱਸ ਰਹੇ ਹੋ, ਜਿਹੜੀ ਤੁਹਾਡੇ ਕੋਲੇ ਫੋਟੋ ਆਉਂਦੀ ਹੈ ਉਹਦੇ ਤੋਂ ਔਰਾ ਜੱਜ ਹੋ ਜਾਂਦਾ ਕਿਸੇ ਦਾ? ਐਵਰੀਥਿੰਗ। ਤੁਹਾਡਾ ਇੱਕ ਬਾਲ ਹੈ, ਉਹ ਵੀ ਦੱਸ ਦੇਗਾ ਤੁਹਾਡੇ ਬਾਰੇ ਸਾਰਾ ਕੁਝ। ਜਿਸ ਨੂੰ ਤੁਸੀਂ ਡੀਐਨਏ ਕਰਦੇ ਹੋ, ਹਾਂਜੀ, ਸੇਮ ਥਿੰਗ ਇਜ਼ देयर। ਤੁਹਾਡਾ ਨਾਂ ਹੈ, ਬਾਲ ਹੈ, ਡੇਟ ਆਫ ਬਰਥ ਹੈ, ਤੁਹਾਡੀ ਬੋਡੀ ਦਾ ਐਵੇਂ ਟੱਚ, ਈਵਨ ਇੱਕ ਬਲੱਡ, ਕੁਝ ਵੀ ਬੋਡੀ ਦਾ ਅਸੀਂ ਪਾਰਟੀਕੂਲਰ ਅਸੀਂ ਫੋਟੋ ਲੈਂਦੇ ਆ। ਫੋਟੋ ਤੇ ਸਾਨੂੰ ਤੁਹਾਡੀ ਜਿਸ ਤਰ੍ਹਾਂ ਜਨਮ ਪੱਤਰੀ ਨਹੀਂ ਬਣ ਜਾਂਦੀ, ਸੇਮ ਬਣ ਜਾਂਦੀ ਹੈ। ਇਟ ਇਜ਼ ਅ ਵੈਦਿਕ ਫਿਲਾਸਫੀ, ਠੀਕ ਹੈ ਨਾ, ਵਰਲਡ ਵਿੱਚ ਫੈਲੀ ਹੋਈ ਹੈ। ਬੇਸਿਕਲੀ ਜਿਸ ਤਰ੍ਹਾਂ ਔਰਾ ਸਕੈਨ ਆ ਗਿਆ, ਹੁਣ ਔਰਾ ਸਕੈਨ ਆ ਗਿਆ, ਠੀਕ ਹੈ। ਪਹਿਲਾਂ ਕੈਰਲਿਨ ਥੈਰੇਪੀ ਆਈ ਸੀ, ਰਸ਼ੀਆ ਨੇ ਸ਼ੁਰੂ ਕੀਤੀ ਸੀ 1850 ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਕੈਮਰੇ ਲਿਆਉਣੇ ਸ਼ੁਰੂ ਕਰਤੇ, ਫਿਰ ਹੁਣ ਸੌਫਟਵੇਅਰਸ ਆ ਗਏ ਆ। ਬਟ ਸਪਿਰਿਚੁਅਲ ਸਾਇੰਸ ਇਜ਼ ਅ ਡਿਫਰੈਂਟ। ਸਪਿਰਿਚੁਅਲ ਸਾਇੰਸ ਪਲੱਸ ਮੈਡੀਕਲ ਸਾਇੰਸ ਦੋਨਾਂ ਨੂੰ ਅਸੀਂ ਐਡ ਕਰ ਲੈਂਦੇ ਆ, ਤੇ ਸਾਨੂੰ ਪੇਸ਼ੈਂਟ ਦੇ ਬਾਰੇ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਇਹਨੇ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਅੰਮ੍ਰਿਤ ਭੰਗਿਆ ਕਿ ਨਹੀਂ ਭੰਗ ਹੈਗਾ, ਪਤੀ ਤਾਂ ਕਿਵੇਂ ਆ, ਇਹਦਾ ਡੀਐਨਏ ਕੀ ਕਹਿ ਰਿਹਾ ਹੈਗਾ,
ਇਹਨੂੰ ਕਿਹੜੀ ਵਾਇਰਸ ਹੈਗੀ ਹੈ, ਕਿਹੜੀ ਮੈਂਟਲ ਡਿਜ਼ੀਜ਼ ਹੈਗੀ ਹੈ, ਕਿਸ ਤਰ੍ਹਾਂ ਦੀ ਇਹਨੂੰ ਮਤਲਬ ਡੋਜ਼ ਚਾਹੀਦੀ ਹੈ, ਕਿਹੜੀ ਕਿਹੜੀ ਹਰਬਸ ਚਾਹੀਦੀਆਂ ਇਹਨੂੰ, ਜਾਂ ਕਿਹੜੀ ਕਿਹੜੀ ਅਸੀਂ ਹਰਬਸ ਦੇ ਕੋਡ ਕੱਢੇ ਹੋਏ ਆ। ਮਤਲਬ ਤੁਹਾਡੀ ਹਰ ਚੀਜ਼ ਦਾ ਕੋਡ ਬਣਿਆ ਹੋਇਆ ਹੈ। ਇਵਨ ਯੂ ਆਰ ਜਸਟ ਲਾਈਕ ਅ ਮੈਟ੍ਰਿਕਸ ਟਾਈਪ। ਤਾਂ ਅਗਰ ਤੁਹਾਡਾ ਨਾਂ ਹੈ, ਤੁਹਾਡਾ ਕੋਡ ਵੀ ਹੋਏਗਾ। ਸਿਰਫ ਕੋਡ ਲੱਭਣਾ ਪਏਗਾ। ਰੱਬ ਤੁਹਾਨੂੰ ਨਾਂ ਦੇ ਹਿਸਾਬ ਨਾਲ ਨਹੀਂ ਦੇਖਦਾ ਹੈਗਾ, ਤੁਹਾਨੂੰ ਰੱਬ ਮੈਟ੍ਰਿਕਸ ਦੇ ਸਿਸਟਮ ਦੇ ਹਿਸਾਬ ਨਾਲ ਦੇਖਦਾ ਹੈਗਾ। ਠੀਕ ਹੈ, ਇਸੇ ਤਰ੍ਹਾਂ ਹਰ ਜੜੀ ਬੂਟੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਜੜੀਆਂ ਬੂਟੀਆਂ ਹੈਗੀਆਂ ਸਭ ਦੇ ਕੋਡ ਹੈਗੇ ਆ, ਸਭ ਦੇ ਇੰਗਲਿਸ਼ ਨੇਮ ਵੀ ਹੈਗੇ ਆ, ਪੰਜਾਬੀ ਨੇਮ ਵੀ ਹੈਗੇ ਆ, ਕੈਮਿਸਟਰੀ ਨੇਮ ਵੀ ਹੈਗੇ ਆ। ਜਿਵੇਂ ਡੀਐਨਏ ਕਹਿੰਦੇ ਹਰ ਇੱਕ ਦਾ ਯੂਨੀਕ ਹੁੰਦਾ ਹੈ, ਉਦਾਂ ਹੀ ਸਭ ਦਾ ਯੂਨੀਕ ਹੈ। ਜਿਵੇਂ ਅੱਖ ਦੇ ਜਦ ਹਰ ਬੰਦੇ ਦੀ ਅੱਖ ਦਾ ਜਿਹੜਾ ਹੈ ਠੀਕ ਹੈ ਨਾ, ਰੈਟੀਨਾ ਡਿਫਰੈਂਟ ਹੈ, ਅੰਗੂਠੇ ਦਾ ਡਿਫਰੈਂਟ ਹੈ। ਮਤਲਬ ਇਸੇ ਤਰ੍ਹਾਂ ਹਰ ਬੰਦੇ ਦਾ ਓਵਰ ਆਈਜ਼ ਡਿਫਰੈਂਟ। ਇਨਸਾਨ ਦੇ ਵਿੱਚ ਤਾਂ ਬਲ ਵਿੱਚ ਕੋਈ ਫਰਕ ਨਹੀਂ ਹੈ। ਕੋਈ 5 ਵਾਟ ਦਾ, ਕੋਈ 10 ਵਾਟ ਦਾ, ਕੋਈ 20 ਵਾਟ ਦਾ, ਕੋਈ 1000 ਵਾਟ ਦਾ, ਕੋਈ ਲੱਖ ਵਾਟ ਦਾ। ਸੇਮ ਵੇ ਪੀਪਲ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਹੋ ਰਿਹਾ ਹੈ ਮਿਲੀਅਨਸ ਬਿਲੀਅਨਸ ਟ੍ਰਿਲੀਅਨਸ ਦੇ ਹਿਸਾਬ ਨਾਲ ਹੈ। ਉਹਦਾ ਕਲਰ 골ਡਨ ਕਲਰ ਹੈ। ਠੀਕ ਹੈ, ਦੈਟ ਇਜ਼ ਦ ਰਨਿੰਗ ਕੰਡੀਸ਼ਨ। ਗੁਰੂ ਹੈ, ਭੱਜ ਰਿਹਾ ਔਰਾ। ਠੀਕ ਹੈ, ਜੇ ਸੰਤ ਹੈ, ਬੰਦਾ ਹੈ, ਤੁਸੀਂ ਉਹ ਮੈਂ ਵਾਂ। ਸਾਡੇ ਉਹਰੇ ਭੱਜਦੇ ਦੇ ਹੈ ਕਿ ਅਸੀਂ ਸਹੀ ਆ, ਅਗਰ ਖੜੇ ਆ ਤਾਂ ਗਲਤ ਆ। ਤੇ ਸਰ ਜਿਵੇਂ ਤੁਸੀਂ ਜਿਹੜੀ ਹੀਲਿੰਗ ਦਿੰਦੇ ਹੋ, ਫਿਰ ਉਹ ਜਿਵੇਂ ਹੁਣ ਕਿਸੇ ਦਾ ਪਤਾ ਲੱਗਿਆ ਕਿ ਇਸ ਬੰਦੇ ਨੂੰ ਆ ਫਲਾਣੀ ਪ੍ਰੋਬਲਮ ਹੈ, ਕੋਈ ਪੇਟ ਦੀ ਸਮੱਸਿਆ ਹੈਗੀ ਹੈ, ਤੇ ਫਿਰ ਉਹਦੇ ਵਾਸਤੇ ਇੱਕ ਪਾਰਟੀਕੂਲਰ ਵੇ, ਇੱਕ ਪਾਰਟੀਕੂਲਰ ਰੇਜ਼ ਜਾਂਦੀਆਂ ਨੇ। ਯੈਸ, ਪਾਰਟੀਕੂਲਰ ਰੇਜ਼ ਆਲ ਰਿਲੇਟਿਵ ਦੇ ਨਾਲ, ਜਿਸ ਤਰ੍ਹਾਂ ਐਸਟ੍ਰੋਲੋਜੀ ਹੈ, ਨਿਊਮਰੋਲੋਜੀ ਹੈ, ਇਹ ਵੀ ਸਾਇੰਸ ਹੈ, ਉਹਦੇ ਨਾਲ ਕਨੈਕਟਡ ਹੈ। 9 ਪਲੈਨਟਸ ਨਾਲ ਕਨੈਕਟਡ ਹੈ। ਜਿਹੜੀ ਜੈਮਸ ਹੈਗੇ, ਜਿਸ ਤਰ੍ਹਾਂ ਪੇਟ ਨਾਲ ਸੰਬੰਧਿਤ ਤੁਸੀਂ ਕਹਿੰਦੇ ਹੋ, ਗਟਸ ਨਾਲ ਰਿਲੇਟਡ ਹੈ। ਜਿਹੜਾ ਪੇਟ ਦਾ, ਜਿਸ ਤਰ੍ਹਾਂ ਪੇਟ ਦਾ ਗਟ ਸਿਸਟਮ ਹੈਗਾ, ਇਹ ਵੀ ਬ੍ਰੇਨ ਸਿਸਟਮ ਹੈ। ਠੀਕ ਹੈ ਨਾ, ਅਸੀਂ ਜੋ ਗਲਤ ਚੀਜ਼ ਖਾਵਾਂਗੇ ਤੇ ਜਲਦੀ ਬਿਮਾਰ ਹੋਵਾਂਗੇ। ਠੀਕ ਹੈ, ਮੇਨ ਚੀਜ਼ ਆ ਅਸੀਂ ਗਟ ਸਿਸਟਮ ਨੂੰ ਸਹੀ ਕਰਨਾ ਹੈਗਾ। ਉਹਦੇ ਵਾਸਤੇ ਮਰਕਰੀ ਹੈ, ਮਰਕਰੀ ਦੇ ਨਾਲ ਕੰਬੀਨੇਸ਼ਨ ਅਸੀਂ ਉਸ ਨੂੰ, ਤੁਸੀਂ ਮਾਰਸ ਪਲੈਨਟ ਨੂੰ ਕੰਬੀਨੇਸ਼ਨ ਬਣਾ ਲੈਂਦੇ ਆ। ਜਿਸ ਤਰ੍ਹਾਂ ਕਿਸੇ ਨੂੰ ਵੋਮਿਟਿੰਗ ਲੱਗੀ ਹੈਗੀ ਆ, ਉਹਦੀ ਵੋਮਿਟਿੰਗ ਨੂੰ ਠੀਕ ਕਰਨ ਵਾਸਤੇ ਅਸੀਂ ਲੇਜ਼ਰ ਮਸ਼ੀਨ ਤੇ ਹੀ ਕਰ ਦੇਣਾ ਕੰਮ। ਜਿੱਥੇ ਮਰਜ਼ੀ ਬੰਦਾ ਬੈਠਾ ਹੋਵੇ, ਸਾਡੇ ਕੋਲ ਹੋਵੇ ਜਾਂ ਨਾ ਹੋਵੇ। ਮਤਲਬ ਯੂਨੀਵਰਸ ਤੁਹਾਡਾ ਉਹ ਇੱਕ ਜਿਹੜਾ ਰੇਜ਼ ਹੈਗਾ ਉਸ ਤੱਕ ਪਹੁੰਚਾ ਦੇਣਗੇ। ਯੂਨੀਵਰਸ, ਹੋਲ ਯੂਨੀਵਰਸ ਇਜ਼ ਅ ਸਪੇਸ ਜਸਟ ਲਾਈਕ ਅ ਪਲੇਗਰਾਉਂਡ। ਆ ਸਾਰਾ ਯੂਨੀਵਰਸ ਪਲੇਗਰਾਉਂਡ ਹੈਗਾ। ਉਸ ਪਲੇਗਰਾਉਂਡ ਦੇ ਵਿੱਚ ਹਜ਼ਾਰਾਂ ਲੱਖਾਂ ਕਿਰਨਾਂ ਚੱਲ ਰਹੀਆਂ, ਡਿਫਰੈਂਟ ਕਿਰਨਾਂ ਹੈਗੀਆਂ, ਕੁਝ ਉਲਝੀਆਂ ਹੋਈਆਂ ਹੈਗੀਆਂ। ਅਸੀਂ ਕਰਦੇ ਉਹਨਾਂ ਨੂੰ ਉਲਝਾਈਆਂ ਹੋਈਆਂ ਕਿਰਨਾਂ ਨੂੰ ਠੀਕ ਕਰ ਦਿੰਦੇ ਆ। ਪਾਰਟੀਕੂਲਰ ਫ੍ਰੀਕੁਐਂਸੀ ਉਹਨਾਂ ਦੀ ਰੇਜ਼ ਨੂੰ ਦੇ ਦਈਏ, ਸ਼ੁਰੂ ਕਰ ਦਿੰਦੇ ਆ, ਪੇਸ਼ੈਂਟ ਆਟੋਮੈਟਿਕ ਠੀਕ ਹੋਣਾ ਸ਼ੁਰੂ ਹੋ ਜਾਂਦਾ। ਬ੍ਰੈਸਟ ਕੈਂਸਰ ਦੀ ਪੇਨ ਅਸੀਂ 2 ਦਿਨ 'ਚ ਠੀਕ ਕਰ ਦਿੰਦੇ ਆ। ਤੁਸੀਂ ਮੇਰੀ ਜਦੋਂ ਦੇਖੋਗੇ, ਜਿਹੜਾ ਮੇਰਾ ਜਿਹੜੀ ਮਿਨੀ ਵੈਬਸਾਈਟ ਬਣਾਈ ਹੈ, ਜਿਹੜੇ ਮਤਲਬ ਕਿ ਇੱਕ ਘਰ ਦੇ ਵਿੱਚੋਂ ਮੈਂ 2 ਬੰਦਿਆਂ ਦੀ ਪੇਸ਼ੈਂਟ, ਜਿਹੜੇ ਪੇਸ਼ੈਂਟ ਕਹਿੰਦੇ ਅਸੀਂ ਹਸਪੀਟਲ ਜਾਣਾ ਹੀ ਨਹੀਂ, ਬ੍ਰੈਸਟ ਦਾ ਕਟਵਾਉਣਾ ਹੀ ਨਹੀਂ, ਆਪਰੇਸ਼ਨ ਕਰਾਉਣਾ ਹੀ ਨਹੀਂ, ਜੋ ਮਰਜ਼ੀ ਹੋ ਜੇ। ਉਹਨਾਂ ਨੂੰ ਪਤਾ ਵੀ नहीं कि ਉਹਨਾਂ ਦੀ ਧੀ ਨੇ ਮੇਰੇ ਤੋਂ ट्रीटमेंट करवाया। आँख का एक्सीडेंट हो गया था, तो सीधा आँख मेरा पूरा डैमेज हो गया था, किसी भी तरह कोई भी वर्किंग नहीं करता था। मैंने उसके लिए कॉफी हॉस्पिटल में इलाज करवाया, बहुत इंजेक्शन लगवाए, बहुत दवाइयाँ खाई, मुझे कुछ भी आराम नहीं पड़ा। उसके बाद अचानक एक दिन मुझे डॉक्टर KS नागराज जी मिल गए और उन्होंने मेरा कॉस्मिक रेज थेरेपी और जैम मेडिसिन द्वारा मेरा ट्रीटमेंट किया। आज मेरे कितने साल हो गए जो मेरा हाथ बिल्कुल पूरा प्रॉपर वर्किंग कर रहा है। ब्रेस्ट में गिल्टी हो गई थी और उन्होंने, डॉक्टर्स ने तो डरा ही दिया था, ऑपरेशन के लिए बोला था। और फिर इन्होंने, वो ऑपरेशन से डर रहे थे, इन्होंने फिर मुझे फोन किया और उनकी फोटो, पासपोर्ट साइज फोटो भेजी, उनकी जो डिटेल्स भेजी, रिपोर्ट्स भेजी, और मैंने चेक करने के बाद उनकी ट्रीटमेंट शुरू कर दी। अब वो बिल्कुल ठीक है, ऑलमोस्ट मेरे ख्याल से उनका 5 या 6 महीने का कोर्स होता है। और अब उनकी जो दर्द है बिल्कुल ठीक है। बाजू ऊपर नहीं होती थी, अब पहले उनकी बाजू ऊपर नहीं होती थी, ब्रेस्ट में गिल्टी थी और डॉक्टर्स ने ऑपरेशन बोला था, पर ऑपरेशन कराने की जरूरत नहीं, वो बाजू भी अब ऊपर होती है और पेन भी नहीं है। ਅਸੀਂ ਸਿਰਫ ਉਹਨਾਂ ਨੂੰ ਖੁਰਾਕ ਦੱਸੀ ਹੈ, ਤੁਸੀਂ ਆ ਖਾਓ, ਤੁਸੀਂ ਇੰਜ ਕਰੋ, ਤੁਸੀਂ ਪਾਠ ਕਰੋ, ਗੁਰਦੁਆਰੇ ਜਾਓ, ਆ ਚੀਜ਼ਾਂ ਖਾਣੀਆਂ ਬੰਦ ਕਰ ਦਿਓ। ਖਾਣ ਪੀਣ ਦਾ ਸਿਸਟਮ ਸਹੀ ਕਰ ਲਓ। ਵੀ ਸ਼ਾਮ ਦੇ 7 ਵਜੇ ਤੋਂ ਬਾਅਦ ਰੋਟੀ ਨਹੀਂ ਖਾਣੀ, ਸਵੇਰੇ 9 ਵਜੇ ਤੋਂ ਪਹਿਲਾਂ ਰੋਟੀ ਨਹੀਂ ਖਾਣੀ। ਖਾਣ ਪੀਣ ਦਾ ਸਿਸਟਮ ਉਹਨਾਂ ਨੂੰ ਦੱਸਤਾ, ਉਹ ਸਮਝੀ ਮੈਂ ਤਾਂ ਵੈਸੇ ਠੀਕ ਹੋ ਗਈ। ਉਹਨੂੰ ਪਤਾ ਹੀ ਨਹੀਂ ਪੇਸ਼ੈਂਟ ਨੂੰ ਮੈਨੂੰ ਠੀਕ ਕੀਤਾ ਹੈਗਾ। ਸੇਮ ਰਿਲੇਟਡ ਜਿਹੜੀਆਂ ਵੀ ਸਾਈਕੋਲੋਜੀਕਲ ਪ੍ਰੋਬਲਮਸ ਆ ਰਹੀਆਂ ਹੈ, ਇਹ ਜਿਹੜੇ ਵੱਡੇ ਲੇਜ਼ਰ ਲੱਗੇ ਹੋਏ ਨਾ ਤੁਹਾਡੇ ਟਾਵਰਸ, ਇਹਨਾਂ ਦੀ ਫ੍ਰੀਕੁਐਂਸੀ ਜਿਹੜੀ ਹੈ ਸਾਡੀ ਫ੍ਰੀਕੁਐਂਸੀ ਨੂੰ ਡਿਫਰੈਂਟ ਕਰ ਰਹੇ ਹੈ। ਬਿਕੋਜ਼ ਆਫ ਡੈਟ ਕੈਂਸਰ ਵੱਧ ਰਿਹਾ, ਮੈਂਟਲ ਡਿਜ਼ੀਜ਼ ਵੱਧ ਰਹੀਆਂ, ਡਿਪਰੈਸ਼ਨ ਵੱਧ ਰਿਹਾ, ਟੈਨਸ਼ਨਾਂ ਵੱਧ ਰਹੀਆਂ, ਮਤਲਬ ਸਾਰੀਆਂ ਡਿਜ਼ੀਜ਼ਸ ਇਸ ਤਰ੍ਹਾਂ ਹੀ ਵੱਧ ਰਹੀਆਂ। ਤੇ ਸਰ ਜੇ ਕਿਸੇ ਨੇ ਤੁਹਾਡੇ ਤੋਂ ਕੰਟੈਕਟ ਕਰਨਾ ਹੋਵੇ, ਤੁਹਾਡੇ ਤੋਂ ਟ੍ਰੀਟਮੈਂਟ ਲੈਣਾ ਹੋਵੇ, ਕਿੱਦਾਂ ਅਪਰੋਚ ਕਰ ਸਕਦੇ? ਫੋਨ, ਮੋਬਾਈਲ ਨੰਬਰ, WhatsApp ਨੰਬਰ, ਤੁਹਾਡੇ ਕੋਲ ਮੋਬਾਈਲ ਨੰਬਰ ਹੈਗਾ, ਤੁਸੀਂ ਉਸ ਤਰ੍ਹਾਂ ਉੱਤੇ ਮਿਨੀ ਵੈਬਸਾਈਟ ਬਣੀ ਹੋਈ ਹੈ,
ਤੁਸੀਂ ਉੱਤੇ ਮੈਸੇਜ ਪਾ ਸਕਦੇ ਹੋ, ਪਾਸਪੋਰਟ ਸਾਈਜ਼ ਫੋਟੋ ਭੇਜ ਸਕਦੇ ਹੋ। ਅਸੀਂ ਇਸ ਨੂੰ ਸਟੱਡੀ ਕਰਾਂਗੇ। 2100 ਰੁਪਏ ਅਸੀਂ ਸਟੱਡੀ ਕਰਨ ਦਾ ਲੈਂਦੇ ਹੈਗੇ ਆ। ਪੂਰੇ ਸਾਲ ਵਾਸਤੇ ਉਹਦੀ ਇੱਕ ਫਾਈਲ ਬਣ ਜਾਂਦੀ ਹੈ। ਸਾਨੂੰ ਪੇਸ਼ੈਂਟ ਦੱਸ ਦਿੰਦਾ ਮੈਨੂੰ ਆਹ ਬਿਮਾਰੀ ਹੈ, ਤੁਸੀਂ ਕੋਈ ਵੀ ਬਿਮਾਰੀ ਦਾ ਨਾਂ ਲਵੋ, ਅਸੀਂ ਉਸ ਨੂੰ ਸਟੱਡੀ ਕਰਨ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਹਾਂ। ਤੇ ਕਿੰਨੀ ਕੁ ਦਿਨਾਂ ਦੇ ਵਿੱਚ ਜਿਹੜਾ ਕਿਸੇ ਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਹੈ? ਉਸੇ ਦਿਨ ਸੇਮ ਡੇ ਸ਼ੁਰੂ ਹੋ ਜਾਂਦੇ ਨੇ ਸਰ। ਜਿਸ ਤਰ੍ਹਾਂ ਇੱਕ ਮੇਰੇ ਕੋਲ ਕੇਸ ਆਇਆ ਸੀਗਾ, ਲੀਵਰ ਕੈਂਸਰ ਦਾ ਕੇਸ ਆਇਆ ਸੀਗਾ ਕੈਨੇਡਾ ਤੋਂ, ਸਟਾਫ ਨਰਸ ਦਾ ਸੀਗਾ ਕਿਸੇ ਦਾ, ਠੀਕ ਹੈ ਜੀ। ਉਹ ਕਈ ਮਤਲਬ 4 ਸਟੇਜ ਸੀ, ਮਤਲਬ ਜਿਹੜਾ ਅਸੀਂ 2 ਮਹੀਨੇ ਚ ਠੀਕ ਕਰ ਦਿੰਦੇ ਆ ਪੇਸ਼ੈਂਟ, ਉਹ 4 ਮਹੀਨੇ ਚ ਹੋਈ। ਬਿਕੋਜ਼ ਸ਼ੀ ਵਾਸ ਨਾਟ ਫੋਲੋਇੰਗ ਦਾ ਬੇਸਿਕ ਜਿਹੜਾ ਹੁੰਦਾ ਨਾ ਫੂਡ ਪ੍ਰੋਟੋਕੋਲ, ਉਹ ਨਹੀਂ ਸੀ ਕਰ ਰਹੀ, ਪਰ ਉਹ ਰਿਕਵਰ ਕਰ ਗਈ। ਮਤਲਬ ਇਸੇ ਤਰ੍ਹਾਂ ਬ੍ਰੈਸਟ ਕੈਂਸਰ ਦੇ ਕੇਸਿਸ ਹੈ, ਮਤਲਬ ਵਿਦਨ 1 ਵੀਕ ਮਤਲਬ ਰਿਕਵਰੀ ਕਰਨੀ ਫਾਸਟ ਸ਼ੁਰੂ ਕਰ ਦਿੰਦੇ ਆ। ਇਦਾਂ ਦੇ ਵੀ ਕੇਸਿਸ ਜਿਹਦੀ ਹਜੇ ਟ੍ਰੀਟਮੈਂਟ ਅਵੇਲੇਬਲ ਨਹੀਂ ਹੈ, ਮੈਡੀਕਲ ਸਾਇੰਸ ਦੇ ਰਿਸਰਚ ਕਰ ਰਹੀ ਹੈ, ਤੁਸੀਂ ਉਹਦਾ ਵੀ ਟ੍ਰੀਟਮੈਂਟ ਕਰ ਸਕਦੇ ਹੋ? ਦੇਖੋ ਉਹ ਦੈਟ ਇਜ਼ देयर ਬਿਜ਼ਨਸ, ਦੇ ਆਰ ਨਾਟ ਹੀਲਿੰਗ, ਠੀਕ ਹੈ। ਉਹ ਤਾਂ ਸਿਰਫ ਉਹਨਾਂ ਨੇ ਮੈਡੀਸਿਨਸ ਵੇਚਣੀਆਂ, ਠੀਕ ਹੈ ਨਾ, ਪਰ ਸਾਡਾ ਉਹ ਕੰਮ ਨਹੀਂ ਹੈ। 2019 ਦੇ ਵਿੱਚ ਦੀ ਗੱਲ ਹੈ, ਮੈਨੂੰ ਬਾਹਰ ਸੀਗਾ, ਸਫਰ ਕਰ ਰਿਹਾ ਸੀ, ਡਾਕਟਰ ਕੋਲ ਮੈਨੂੰ ਟਾਈਫਾਈਡ ਹੋ ਗਿਆ, ਡਾਕਟਰ ਨੇ ਐਲੋਪੈਥਿਕ ਮੈਡੀਸਿਨ ਦੇ ਦਿੱਤੀ, ਮੇਰਾ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ, ਠੀਕ ਹੈ। ਜਿਹੜਾ ਮੈਂ ਜਿਸ ਬੰਦੇ ਕੋਲੋਂ ਸਿੱਖਿਆ, ਡਾਕਟਰ ਇੱਕ ਭੱਟਾਚਾਰੀ ਹੈ ਕਲਕੱਤਾ ਨਿਹਾਤੀ ਤੋਂ, ਠੀਕ ਹੈ, ਉਹਨਾਂ ਨੇ ਕਿਹਾ ਵੀ ਨੋ ਕੋਈ ਮੈਡੀਸਨ ਨਹੀਂ ਖਾਣੀ। ਉਹਨਾਂ ਨੇ ਮੈਨੂੰ ਮੈਡੀਸਨ ਉੱਥੋਂ ਹੀ ਟ੍ਰੀਟਮੈਂਟ ਸ਼ੁਰੂ ਕਰਤੀ, ਹੁਣ ਜਸਟ ਹੋਮਪੈਥਿਕ ਮੈਡੀਸਨ ਦੱਸਦੀ। ਵਿਦਿਨ 2 ਡੇਜ਼ ਮੈਂ ਨਾਰਮਲ ਹੋਣਾ ਸ਼ੁਰੂ ਹੋ ਗਿਆ। ਹਾਂਜੀ, ਮੈਨੂੰ ਹੁਣ ਕੋਈ ਪ੍ਰੋਬਲਮ ਹੀ ਨਹੀਂ ਹੈ। ਮਤਲਬ ਕੋਈ ਵੀ ਜਿਹੜੀਆਂ ਇਹ ਬਿਜ਼ਨਸ ਹੈ, ਆ ਡਾਇਲਿਸਿਸ ਹੋ ਰਿਹਾ, ਦਿਸ ਇਜ਼ ਬਿਜ਼ਨਸ, ਦੇ ਆਰ ਨਾਟ ਹੀਲਿੰਗ ਦੈਮ। ਉਹ ਕਿਉਰ ਨਹੀਂ ਕਰ ਰਹੇ। ਜਦੋਂ ਕਿਉਰ ਕਰ ਰਹੇ ਆ ਜਿਹੜੇ ਬੰਦੇ ਹੈਗੇ ਆ ਕਿਉਰ ਕਰਨ ਵਾਲੇ, ਡਾਕਟਰ ਵਿਸ਼ਵਾਸ ਨੂੰ ਨੌਲੇਜ ਹੈ ਚੀਜ਼ਾਂ ਦੀ, ਜਾਂ ਵੈਦਿਕ ਰਜੀ ਦ੍ਰਿਸ਼ ਸੀ ਉਹਨੂੰ ਨੌਲੇਜ ਸੀ। ਭਾਜੀ ਦੁਨੀਆ ਦੇ ਵਿੱਚ ਤੁਹਾਡੇ ਕੋਲ ਹਰ ਚੀਜ਼ ਬਾਹਰ ਰੱਬ ਨੇ ਦਿੱਤੀ ਹੋਈ ਆ। ਪਿੱਪਲ ਦੇ ਪੇੜ ਦਿੱਤੇ ਆ, ਬੋੜ ਦੇ ਪੇੜ ਦਿੱਤੇ ਆ, ਧਨੀਆ ਪੁਦੀਨਾ, ਇਹ ਚੀਜ਼ਾਂ ਜਾਂ ਬੰਦਾ ਜੂਸ ਕੱਢ ਕੇ ਪੀਣਾ ਸ਼ੁਰੂ ਕਰ ਦਵੇ ਤੇ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ। ਜਿਹੜੇ ਪੁਰਾਣੇ ਆਪਣੇ ਰਿਸ਼ੀ ਮੁਨੀ ਹੁੰਦੇ ਸੀ, ਉਹਨਾਂ ਨੂੰ ਨੌਲੇਜ ਹੁੰਦੀ ਸੀ ਸਾਰੀਆਂ ਜੜੀ ਬੂਟੀਆਂ ਦੀ। ਦੇਖੋ ਉਹਨਾਂ ਦੀ ਨੌਲੇਜ ਸੀ, ਇੱਕ ਰਿਸ਼ੀ ਨਹੀਂ ਸੀ, 12 8 ਰਿਸ਼ੀ ਸੀ ਜਿਨ੍ਹਾਂ ਨੇ ਸਾਰਿਆਂ ਨੇ ਰਿਸਰਚ ਕੀਤੀ ਸੀ। ਹਰ ਬੰਦੇ ਨੇ ਆਪਣੇ ਆਪਣੇ ਤਰੀਕੇ ਦੀ ਰਿਸਰਚ ਕੀਤੀ ਸੀ। ਪਹਿਲਾਂ ਜਿਹੜੇ ਮੰਦਿਰ ਹੁੰਦੇ ਸੀ ਗੁਰਦੁਆਰੇ, ਪਹਿਲਾਂ ਮੰਦਿਰ ਹੁੰਦੇ ਸੀਗੇ, 3 ਤਰ੍ਹਾਂ ਦੇ ਪੁਜਾਰੀ ਹੁੰਦੇ ਸੀ। ਇੱਕ ਬੰਦਾ ਔਰਾ ਸਕੈਨ ਕਰਦਾ ਸੀਗਾ, ਔਰਾ ਦੀ ਨੌਲੇਜ ਹੁੰਦੀ ਸੀ। ਦੂਸਰਾ ਉਸ ਨੂੰ ਸਾਫ਼ ਕਰਦਾ ਸੀ। ਤੀਸਰਾ ਉਹਨੂੰ ਆਯੁਰਵੈਦਿਕ ਮੈਡੀਸਨ ਦਿੰਦਾ ਸੀ, ਬੰਦਾ ਪੇਸ਼ੈਂਟ ਠੀਕ ਹੋ ਜਾਂਦਾ ਸੀ। ਪਰ ਉਹ ਹੁਣ ਉਹ ਚੀਜ਼ ਹੈ ਹੀ ਨਹੀਂ, ਹੁਣ ਪੰਡਤ ਹੈ ਹੀ ਨਹੀਂ, ਬ੍ਰਾਹਮਣ ਹੈ ਹੀ ਨਹੀਂ। ਉਹਨਾਂ ਨੂੰ ਈਵਨ ਬ੍ਰਾਹਮਣਾਂ ਨੂੰ ਵੀ, ਪੰਡਤਾਂ ਨੂੰ ਵੀ ਨੌਲੇਜ ਨਹੀਂ ਹੈ ਇਸ ਚੀਜ਼ ਦੀ। ਤੁਹਾਡੇ ਕੇਸ ਹੈ ਗੁਰੂ ਨਾਨਕ ਦੀ, ਦੇਖੋ ਗੁਰੂ ਨਾਨਕ ਦੀ ਕਿਰਪਾ ਕਿੱਡੀ ਤਕੜੀ ਸਾਡੇ ਸਿੱਖਾਂ ਤੇ। 6ਵਾਂ ਘਰ, 8ਵਾਂ ਘਰ, 12ਵਾਂ ਘਟ, ਠੀਕ ਹੈ। ਨਾਮ ਜੋ ਕਿਰਤ ਕਰੋ, ਵੰਡ ਛਕੋ, ਠੀਕ ਹੈ। ਤੁਹਾਡਾ ਸ਼ਨੀ ਕੁਝ ਵਿਗਾੜ ਨਹੀਂ ਸਕਦਾ, ਰਾਹੂ ਕੁਝ ਵਿਗਾੜ ਨਹੀਂ ਸਕਦਾ। ਸਾਨੂੰ ਬਾਬੇ ਨੇ ਪਹਿਲਾਂ ਹੀ ਉਹ ਚੰਗੇ ਪਾਸੇ ਪਾਤਾ। ਜਿਹੜੇ ਉਪਾਏ ਅੱਜ ਲੋਕ ਕਰ ਰਹੇ ਨੇ ਜਾ ਕੇ, ਸਾਨੂੰ ਗੁਰੂ ਸਾਹਿਬ ਨੇ ਪਹਿਲਾਂ ਹੀ ਦੇ ਦਿੱਤੇ। ਗੁਰੂ ਨਾਨਕ ਸਾਨੂੰ ਪਹਿਲਾਂ ਹੀ ਕਿਰਪਾ ਕਰਤੀ, ਸਾਨੂੰ ਕੇਸ ਦੇ ਦਿੱਤੇ, ਸਾਨੂੰ ਦਾੜੀ ਦੇਤੀ, ਸਾਨੂੰ ਰਾਹੂ ਦੇਤਾ, ਸਾਨੂੰ ਕੇਤੂ ਦੇਤਾ, ਸਾਡਾ ਕੀ ਵਿਗਾੜ ਲੂਗਾ, ਠੀਕ ਹੈ ਨਾ। ਅੱਜ ਦਾ ਜਿਹੜਾ ਸਾਡਾ ਖਾਣ ਪੀਣ ਹੈ, ਉਹ ਕਿੰਨਾ ਕੁ ਰੋਲ ਪਲੇ ਕਰਦਾ? ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਜਿਹੜੇ ਕਿਚਨ 'ਚ ਅਸੀਂ ਮਸਾਲੇ ਯੂਜ਼ ਕਰਦੇ ਹਾਂ, ਖਾਣ ਪੀਣ ਜਿੰਨਾ ਵੀ ਹੈ ਸਾਰਾ ਗਲਤ ਹੈ। ਸਿਰਫ ਸਵਾਦ ਰਹਿ ਗਿਆ। ਹਾਂ, ਬਸ ਸਵਾਦ ਰਹਿ ਗਿਆ। ਦੇਖ ਸਾਡੇ ਨਾਲੋਂ ਆਦੀਵਾਸੀ ਚੰਗੇ ਆ। ਬਲੂ ਜ਼ੋਨ ਫੂਡ ਹੈਗਾ, ਹੌਂਜ਼ਾ ਸਿਟੀ ਹੈਗੀ ਆ। ਅਗਰ ਅਸੀਂ ਰਿਸਰਚ ਕਰੀਏ ਉਹਨਾਂ ਦੇ ਬਾਰੇ, ਜਿਹੜੇ ਪੁਰਾਣੇ ਲੋਕੀ ਹੁੰਦੇ ਸੀ ਕੀ ਕਰਦੇ ਸੀਗੇ, ਠੀਕ ਹੈ। ਕੱਚੀਆਂ ਸਬਜ਼ੀਆਂ ਖਾਂਦੇ ਸੀ, ਉਬਲੀਆਂ ਸਬਜ਼ੀਆਂ ਖਾਂਦੇ ਸੀ। ਜਿਹੜੇ ਉਹਨਾਂ ਦਾ ਖਾਣ ਦਾ ਸਿਸਟਮ ਕੀ ਸੀ, ਅਸੀਂ ਡੈਡ ਫੂਡ ਖਾ ਰਹੇ ਹਾਂ। ਤੁਸੀਂ ਪਹਿਲਾਂ ਉਹਨੂੰ ਸਾੜ ਸੂੜ ਕੇ ਔਰ ਵਿਟਾਮਿਨ ਮਿਲਣ ਮਾਰ ਮੂਰ ਕੇ ਢਿੱਡ ਭਰ ਗਿਆ ਜੀ, ਖਾ ਲਿਆ ਜੀ। ਐਕਚੁਅਲ ਅਸੀਂ ਫੂਡ ਨਹੀਂ ਖਾ ਰਹੇ। ਅਸੀਂ ਨਾਨ ਵੈਜ ਵੀ ਖਾਂਦੇ ਆ ਨਾ, ਸਾਡੇ ਬਲੱਡ ਦੇ ਵਿੱਚ ਆ ਜਾਂਦਾ ਵੀ ਇਹ ਤਾਮਸਿਕ ਬਾਡੀ ਹੈ, ਠੀਕ ਹੈ ਨਾ। ਅਗਰ ਜਾਨਵਰ ਦਾ ਮਾਸ ਖਾ ਲਿਆ ਤੇ ਇਨਸਾਨ ਦਾ ਮਾਸ ਖਾ ਲਿਆ ਤਾਂ ਸੇਮ ਥਿੰਗ, ਪਰ ਉਹਦਾ ਅਸਰ ਵੀ ਉਹੋ ਜਿਹਾ ਹੋਏਗਾ। ਅਗਰ ਤੁਸੀਂ ਸਾਤਵਿਕ ਹੈਗੇ ਹੋ ਤੇ ਚੰਗੀਆਂ ਰੂਹਾਂ ਤੁਹਾਡੇ ਵੱਲ ਆਉਣਗੀਆਂ, ਸ਼ਹੀਦੀ ਰੂਹਾਂ ਤੁਹਾਡੇ ਵੱਲ ਆਉਣਗੀਆਂ। ਅਗਰ ਤੁਸੀਂ ਤਾਮਸਿਕ ਹੋ ਤੇ ਭੂਤ ਪ੍ਰੇਤ ਹੀ ਆਉਣਗੇ, ਐਕਸੀਡੈਂਟ ਵੀ ਤਾਂ ਹੀ ਹੋਣਗੇ। ਮਤਲਬ ਐਵਰੀਥਿੰਗ ਇਜ਼ ਇੰਟਰਲਿੰਕਡ, ਹਰ ਚੀਜ਼ ਇੰਟਰਲਿੰਕਡ ਹੈਗੀ ਆ। ਥੈਂਕ ਯੂ ਸਰ, ਬਹੁਤ ਬਹੁਤ ਤੁਸੀਂ ਆਪਣੀ ਨੌਲੇਜ ਸ਼ੇਅਰ ਕੀਤੀ। ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਅਪਰੋਚ ਕਰਕੇ, ਕਿਉਂਕਿ ਇੰਨੀ ਸਾਰੀ ਨੌਲੇਜ ਦਾ ਭੰਡਾਰ ਜੋ ਅੱਜ ਨਹੀਂ ਮਿਲਦੀ, ਇੱਥੇ ਆਮ ਨਹੀਂ ਕਿਤੇ ਮਿਲਦੀ, ਤੁਹਾਡੇ ਕੋਲੇ ਹੈਗੀ ਹੈ। ਤਾਂ ਜੇ ਮੌਕਾ ਮਿਲੇਗਾ ਜ਼ਰੂਰ ਤੁਹਾਡੇ ਤੱਕ ਪਹੁੰਚ ਕੇ ਦੁਬਾਰਾ ਤੋਂ ਅਪਰੋਚ ਕਰਾਂਗੇ ਸਰ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਫॉर योर टाइम। ਥੈਂਕ ਯੂ।